एक ओंकार सतनाम करता पुरख निरभाव निर्वैर अकाल मूरत अजूने सैभं गुर प्रसाद चक्कर चहन अर बरन जात अर पात नहन जह रूप रंग अर रेख भेख को कह ना सकत केह अचल मूरत अनभाव प्रकाश अमें तोज कह जय कोट इंदर इंद्रान शाह शाहानंग निजय त्रिभुवन महीप सुर नर असुर नेत नेत भान तिरन कहत तव सर्ब नाम कथ कवन कर्म नाम बरनत सुमत तव सर्ब नाम कथ कवन कर्म नाम बरनत सुमत कर कृपा कृपाल आपे बख्श लै सदा सदा जपी तेरा नाम सतगुर पाए पै मन तन अंतर वस दुखा नास होए हथ दे आप रख व्यापै पाओ ना कोय गुण गावा दिन रैन इत कम लाए संत जना कै संग हमें रोग जाए जेता समुंद सागर नीर भरिया तेते अवगुण हमारे दया करहो किश मेहर उपावो हो डुबदे पत्थर तारे जियाड़ा अग्न बराबर तपै भीतर वगै काती प्रणवत नानक हुक्म पछाणै सुख होवै दिन राती हम अवगुण भरे एक गुण नाहि अमृत छाड़ बिख माया मोह परम पै भूले सुत धारा सो एक उत्तम पंथ सुनयो गुर संगत तह मिलंत जम
ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ। ਸੁਗਾਉ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੇ ਨੂਰ ਅਰਸੋ ਗੁਰ ਸੋ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਜਣ ਸੱਚਾ ਪਾਤਸ਼ਾਹ ਸਿਰ ਸਾਹੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਮਨ ਮੁਖ ਖਾਦੇ ਗੁਰਮੁਖ ਉਬਰੇ। ਜਿਨੇ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ। ਮਨ ਮੁਖ ਖਾਦੇ ਗੁਰਮੁਖ ਉਬਰੇ। ਜਿਨੇ ਸੱਚ ਨਾਮ ਚਿਤ ਲਾਇਆ। ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਧੰਦਾ ਕਰਤਿਆ ਨਿਹਫਲ ਜਨਮ ਗਵਾਇਆ। ਸੁਖ ਦਾਤਾ ਮਨ ਨਾ ਵਸਾਇਆ। ਨਾਨਕ ਨਾਮ ਤਿਨਾ ਕੋ ਮਿਲਿਆ। ਜਿਨ ਕੋ ਤੁਰ ਲਿਖ ਪਾਇਆ। ਮਹੱਲਾ ਤੀਜਾ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ। ਮਨ ਮੁਖ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨਾ ਜਾਣੈ। ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਅਜ ਵਿਖ ਸੰਗ੍ਰਹਿ। ਕਰਤੈ ਆਪ ਖੁਆਇਆ। ਗੁਰਮੁਖ ਵਿਰਲੇ ਸੋਝੇ ਪਾਏ। ਤਿਨਾ ਅੰਦਰ ਬ੍ਰਹਮ ਦਿਖਾਇਆ। ਤਨ ਮਨ ਸੀਤਲ ਹੋਇਆ। ਰਸਨਾ ਹਰ ਸਾਧ ਆਇਆ। ਸ਼ਬਦ ਹੀ ਨਉ ਉਪਜੈ। ਸ਼ਬਦ ਮੇਲ ਮਿਲਾਇਆ।
बिन शब्द सब जग बौराना बिरथा जन्म गवाया अमृत एको शब्द है नानक गुरमुख पाया पौड़ी सो हर पुरख अगम है कहो कित विद पाइय तिस रूप नारेख अदृष्ट कहो जान क्यों त्याइय निरंकार निरंजन हर अगम क्या कह गुण गाइय जिसे आप बुझाए आप सो हर मार्ग पाइय गुरपुर वेखालिया गुर सेवा पाइय जिसे आप बुझाए आप सो हर मार्ग पाइय गुरपुर वेखालिया गुर सेवा पाइय वाहिगुरु जी का खालसा वाहिगुरु जी की फतेह। तेग बहादुर सिमरिया घर नाउ निध आवे धाए सब थाई होए सहाय ऐसे दीन दयाल पातशाह परोपकारी सतगुरु धन धन श्री गुरु तेग बहादुर साहिब जी सतगुरां जी दे पावन पवित्र अस्थान गुरुद्वारा श्री दुख निवारण साहिब विखे चवर छत्र तखत दे मालक वालिए कुल आलम हस्ती मुकद्दस आवाज शब्द धन धन श्री गुरु ग्रंथ साहिब पातशाह जी की पावन पवित्र हजूरी अंदर अमृत वेले तो सजे हुए सुंदर सचखंड दीवाना दे विच हाजरियां भर रहे सतगुरां जी दे परम प्यार विच परोती होई गुरु सवारे गुरु खालसा सत संगत जीओ तंता दे जोग हो जो आप जी निता प्रत गुरचरणा दे विच जुड़ करके अमृत बाणी हर हर तेरी सुन सुन होवै परम गत मेरी अमृतमय बाणी आसा की वार दे शब्द कीर्तन
ਗੁਰ ਸ਼ਬਦ ਦੀ ਵਿਚਾਰ ਨੂੰ ਸਰਵਨ ਕਰਕੇ ਜੀਵਨ ਔਰ ਸਵਾਸਾਂ ਨੂੰ ਸਫਲਿਆਂ ਬਣਾਉਣ ਦਾ ਯਤਨ ਕਰਦੇ ਹੋ। ਬਹੁਤ ਹੀ ਪ੍ਰੇਮ ਵਿੱਚ ਭਿੱਜ ਕਰਕੇ ਆਪ ਜੀਆਂ ਨੇ ਰਾਗੀ ਸਿੰਘਾਂ ਪਾਸੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਉਪਰੰਤ ਅੰਮ੍ਰਿਤ ਵੇਲੇ ਆਏ ਹੋਏ ਪਾਵਨ ਮੁਖ ਵਾਕ ਦੀ ਵਿਚਾਰ ਕਰਨ ਦੇ ਲਈ ਆਪਾਂ ਸਾਰੇ ਜੁੜ ਬੈਠੇ ਹਾਂ। ਸੋਰਠ ਰਾਗ ਦੀ ਵਾਰ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਚੌਥੀ ਪੌੜੀ ਦੇ 2 ਸ਼ਲੋਕ ਜਿਹੜੇ ਹਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹਨ। ਪੌੜੀਆਂ ਜਿਹੜੀਆਂ ਹਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉਚਾਰਨ ਕੀਤੀਆਂ ਹੋਈਆਂ। ਸ਼ਬਦ ਦੀ ਆਰੰਭਤਾ ਕਰਦਿਆਂ ਸਤਿਗੁਰੂ ਪਾਤਸ਼ਾਹ ਜੀ ਨੇ ਆਰੰਭ ਦੇ ਵਿੱਚ ਮਾਇਆ ਦਾ ਜ਼ਿਕਰ ਕੀਤਾ ਹੈ। ਜਿਨੇ ਬਿਨਾ ਦੰਦਾਂ ਤੋਂ ਸਾਰਾ ਸੰਸਾਰ ਜਿਹੜਾ ਉਹ ਨਿਗਲ ਲਿਆ, ਖਾ ਰਹੀ ਹੈ ਸੰਸਾਰ ਦੇ ਜੀਵਾਂ ਨੂੰ। ਕਿਉਂਕਿ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਆ, ਉੱਥੇ ਵੀ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ, ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ। ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ, ਬੜੀ ਪ੍ਰਬਲ ਹੈ। ਜਿਵੇਂ ਮਾਂ ਦੇ ਉਦਰ ਵਿੱਚ ਜਠਰਾ ਅਗਨੀ ਹੈ, ਉਸੇ ਤਰ੍ਹਾਂ ਬਾਹਰ ਦੀ ਇਹ ਮਾਇਆ ਹੈ, ਮਾਇਆ ਦੀ ਅੱਗ ਹੈ ਜਿਹੜੀ ਸਾੜ ਰਹੀ ਹੈ ਸੰਸਾਰ ਨੂੰ। ਵਿਦਵਾਨਾਂ ਨੇ ਮਾਇਆ ਦੇ 3 ਰੂਪ ਜਿਹੜੇ ਨੇ ਉਹਨਾਂ ਦਾ ਜ਼ਿਕਰ ਕੀਤਾ। ਇੱਕ ਮਾਇਆ ਰੁਪਈਏ, ਡਾਲਰ ਆਦਿਕ। दूसरा है पशु पंछी घोड़े आदि चेतन माया, इस्त्री ਨੂੰ चेतन माया ਮੰਨਿਆ ਗਿਆ। तो तीसरा ਜਿੰਨੇ ਇਹ ਆਪਾਂ ਵੇਖ ਰਹੇ ਹਾਂ ਸੰਸਾਰ ਦਾ ਜੋ ਪਸਾਰਾ ਨਜ਼ਰ ਆ ਰਿਹਾ, ਇਹ ਵੀ ਮਾਇਆ। ਮਾਇਆ ਦੇ ਕਾਰਨ ਜਗਤ ਪੈਦਾ ਹੋਇਆ, ਮਾਇਆ ਦੇ ਨਾਲ ਜਗਤ ਦੀ ਪਾਲਣਾ ਹੈ ਤੇ ਮਾਇਆ ਦੇ ਨਾਲ ਹੀ ਜਗਤ ਦਾ ਅੰਤ ਹੈ। ਗੁਰਮਤਿ ਅਨੁਸਾਰ ਗੁਰਮਤਿ ਦੇ ਵਿੱਚ ਮਾਇਆ ਦਾ ਮੂਲ ਰੂਪ ਕੀ ਹੈ? ਗੁਰਮਤਿ ਦੇ ਅਨੁਸਾਰ ਮਾਇਆ ਦਾ ਮੂਲ ਰੂਪ ਇਹ ਹੈ, ਇਹ ਜੀਵ ਦੀ ਆਤਮਾ ਨੂੰ ਪ੍ਰਮਾਤਮਾ ਨਾਲੋਂ ਦੂਰ ਕਰ ਦਿੰਦੀ ਹੈ, ਵੱਖ ਕਰ ਦਿੰਦੀ ਹੈ। ਕਬੀਰ ਸਾਹਿਬ ਬਾਜ਼ਾਰ ਵਿੱਚ ਤੁਰੇ ਜਾ ਰਹੇ ਸੀ ਕੱਪੜੇ ਵੇਚਣ ਵਾਸਤੇ।
ਦੁਕਾਨ ਦੇ ਅੱਗੋਂ ਲੰਘਣ ਲੱਗੇ ਤੇ ਇੱਕ ਬੱਚਾ ਰੋ ਰਿਹਾ ਸੀ। ਬੱਚੇ ਨੇ ਹੱਥ ਵਿੱਚ ਖਿਡੌਣਾ ਪਕੜਿਆ ਤੇ ਰੋ ਰਿਹਾ। ਦੁਕਾਨ ਸਾਹਮਣੇ ਖਿਡੌਣਿਆਂ ਦੀ ਦੁਕਾਨ ਹੈ। ਤੇ ਕਬੀਰ ਸਾਹਿਬ ਨੇ ਉਸ ਦੁਕਾਨਦਾਰ ਨੂੰ ਪੁੱਛਿਆ, ਕਹਿਣ ਲੱਗੇ ਬੱਚਾ ਕੌਣ ਹੈ? ਰੋ ਰਿਹਾ, ਰੋਂਦਾ ਹੋਇਆ, ਨਾਲੇ ਮਾਂ ਨੂੰ ਆਵਾਜ਼ਾਂ ਮਾਰੀ ਜਾ ਰਿਹਾ, ਮਾਂ 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 ਕਹਿ ਕੇ ਪੁਕਾਰ ਰਿਹਾ। ਕਬੀਰ ਸਾਹਿਬ ਪੁੱਛਣ ਲੱਗੇ ਦੁਕਾਨਦਾਰ ਨੂੰ ਕਿ ਇਹ ਬੱਚਾ ਕਿਸ ਦਾ, ਕੌਣ ਹੈ? ਦੁਕਾਨਦਾਰ ਕਹਿੰਦਾ ਮੈਂ ਬੱਚੇ ਨੂੰ ਨਹੀਂ ਜਾਣਦਾ, ਨਾ ਇਹਦੇ ਘਰ ਦੇ ਬਾਬਤ ਜਾਣਦਾ ਕਿ ਇਹਦਾ ਘਰ ਕਿੱਥੇ ਹੈ। ਇਹਦੀ ਮਾਂ ਆਈ ਸੀ, ਉਹ ਖਿਡੌਣਾ ਲੈ ਕੇ ਇਹਨੂੰ ਦੇ ਗਈ, ਇਹ ਖਿਡੌਣੇ ਦੇ ਵਿੱਚ ਪਰਚ ਗਿਆ ਤੇ ਮਾਂ ਇਹਦੀ ਕਿਤੇ ਅੱਗੇ ਚਲੇ ਗਈ। ਹੁਣ ਉਦੋਂ ਦਾ ਰੋਈ ਜਾ ਰਿਹਾ। ਕਬੀਰ ਸਾਹਿਬ ਨੇ ਬੱਚੇ ਦੇ ਸਿਰ ਤੇ ਹੱਥ ਰੱਖਿਆ ਤੇ ਹੱਥ ਰੱਖ ਕੇ ਪੁੱਛਣ ਲੱਗੇ ਤੇਰੇ ਪਿਤਾ ਦਾ ਨਾਂ ਕੀ ਹੈ? ਕਹਿਣ ਲੱਗਾ ਜੀ ਪਿਤਾ ਦਾ ਨਾਂ ਨਹੀਂ ਮੈਂ ਜਾਣਦਾ, ਪਿਤਾ ਬਾਰੇ ਨਾਮ ਬਾਰੇ ਮੈਨੂੰ ਪਤਾ ਨਹੀਂ। ਕਹਿਣ ਲੱਗੇ ਮਾਂ ਦਾ ਨਾਂ ਕੀ ਹੈ? ਕਹਿਣ ਲੱਗੇ ਮਾਂ ਦਾ ਨਾਮ ਮਾਇਆ। ਇਹ ਸੰਸਾਰ ਉਸ ਵਾਹਿਗੁਰੂ ਪਰਮੇਸ਼ਰ ਨੇ ਖਿਡੌਣਿਆਂ ਦੀ ਦੁਕਾਨ ਬਣਾਈ ਹੈ। ਮਾਇਆ ਰੂਪੀ ਮਾਂ ਨੇ ਮੋਹ ਰੂਪੀ ਖਿਡੌਣਾ ਜੀਵ ਦੇ ਹੱਥ ਵਿੱਚ ਫੜਾਇਆ ਹੋਇਆ ਹੈ ਤੇ ਮੋਹ ਰੂਪੀ ਖਿਡੌਣਾ ਲੈ ਕੇ ਉਹ ਪਿਤਾ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਤੋਂ ਜੀਵ ਵਿਛੜਿਆ ਹੋਇਆ ਤੇ ਰੋ ਰਿਹਾ ਹੈ, ਰੋ ਰਿਹਾ। ਮਾਇਆ ਦੇ ਬਾਬਤ ਜੀਵ ਬਹੁਤ ਕੁਝ ਕਰਦਾ ਹੈ। ਜੋ ਕੁਝ ਮਾਇਆ ਦੇ ਲਈ ਆਪਣੀ ਨੱਕ ਰੱਖਣ ਵਾਸਤੇ ਕਰ ਸਕਦਾ ਹੈ, ਉਹ ਕੁਝ ਆਪਣੇ ਮਾਂ ਪਿਓ ਲਈ ਨਹੀਂ ਕਰ ਸਕਦਾ। ਮਾਇਆ ਜਿਹੜੀ ਹੈ ਇਹ ਨੱਕ ਤੇ ਕੰਨਾਂ ਤੇ ਜ਼ਿਆਦਾ ਅਸਰ ਕਰਦੀ ਹੈ। ਕਬੀਰ ਸਾਹਿਬ ਕੋਲ ਵੀ ਗਏ ਸੀ ਨਾ, ਕਿਉਂਕਿ ਜਿਹੜੇ ਸੰਤ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੀ ਡਾਰੇ, ਉਹ ਨੱਕ ਤੇ ਕਾਨੇ ਦੇ ਵੱਢ ਦਿੰਦੇ ਨੇ। ਸੰਸਾਰ ਦੇ ਵਿੱਚ ਸੰਸਾਰ ਦੇ ਆਪਾਂ ਹਾਲਾਤ ਵੇਖ ਰਹੇ ਹਾਂ ਕਿ ਆਪਣੀ ਨੱਕ ਰੱਖਣ ਵਾਸਤੇ ਬੰਦਾ ਕੀ ਕੁਝ ਨਹੀਂ ਕਰਦਾ। ਘਰ ਦੇ ਵਿੱਚ ਵਿਆਹ ਦਾ ਹੀ ਕਾਰਜ ਹੋਵੇ, ਭਾਵੇਂ ਕਰਜ਼ਾ ਚੁੱਕ ਕੇ ਕਿਉਂ ਨਾ ਕਰਨਾ ਪਵੇ, ਕਹਿੰਦਾ ਜੀ ਨੱਕ ਨਹੀਂ ਰਹਿੰਦੀ, ਲੋਕ ਕੀ ਕਹਿਣਗੇ। ਵਿਖਾਵੇ ਦੇ ਲਈ ਬਹੁਤ ਕੁਝ ਕਰਦਾ ਹੈ। ਫਿਰ ਕਹਿੰਦਾ ਕੰਨਾਂ ਤੇ ਅਸਰ ਕਰਦੀ ਹੈ। ਕੰਨਾਂ ਤੇ ਅਸਰ ਕਿਵੇਂ ਕਰਦੀ ਹੈ? ਮਾਇਆ ਖਰਚ ਕਰਕੇ ਫਿਰ ਕੰਨਾਂ ਦੇ ਨਾਲ ਸੁਣਨਾ ਚਾਹੁੰਦਾ ਹੈ ਕਿ ਲੋਕ ਕਹਿਣ ਵੀ ਬੱਲੇ ਬੱਲੇ ਫਲਾਣੇ ਬੰਦੇ ਨੇ ਬੜਾ ਧਨ ਖਰਚ ਕੀਤਾ, ਉਹਨੇ ਆਹ ਕੁਛ ਕੀਤਾ, ਆਹ ਬਣਾਇਆ। ਇਸ ਕਰਕੇ ਨੱਕ ਤੇ ਕੰਨਾਂ ਤੇ ਅਸਰ ਕਰਦੀ ਹੈ। ਆਪਣਾ ਨੱਕ ਰੱਖਣ ਵਾਸਤੇ ਮਨੁੱਖ ਜਿਹੜਾ ਹੈ, ਕਿਉਂਕਿ ਉਸ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਇਹ ਸਰੀਰ ਬਣਾਇਆ, ਸੋਹਣਾ ਸੁੰਦਰ ਮੁਖ ਬਣਾਇਆ, ਅੱਖਾਂ ਬਣਾਈਆਂ, ਉੱਤੇ ਪਲਕਾਂ ਲਾ ਦਿੱਤੀਆਂ। ਜੇ ਪਲਕਾਂ ਨਾ ਹੁੰਦੀਆਂ ਤੇ ਸਾਡਾ ਚਿਹਰਾ ਕਿੱਦਾਂ ਦਾ ਲੱਗਣਾ ਸੀ। ਨੱਕ ਬਣਾਇਆ, ਬੜਾ ਸੁੰਦਰ ਬਣਾ ਦਿੱਤਾ, ਤੇ ਜੇਕਰ ਨੱਕ ਕਿਸੇ ਦਾ ਕੱਟਿਆ ਹੋਵੇ ਤੇ ਚਿਹਰਾ ਕਿੰਨਾ ਕਰੂਪ ਲੱਗਦਾ, ਬੜਾ ਭੈੜਾ ਲੱਗਦਾ। ਤੇ ਨੱਕ ਨੂੰ ਰੱਖਣ ਵਾਸਤੇ ਮਨੁੱਖ ਸਾਰਾ ਯਤਨ ਕਰਦਾ ਕਿ ਨੱਕ ਨਹੀਂ ਰਹਿੰਦੀ, ਨੱਕ ਰੱਖਣੀ ਹੈ। ਸਾਰੀ ਉਮਰ ਭਾਵੇਂ ਕਰਜ਼ੇ ਵਿੱਚ ਜਕੜਿਆ ਰਹੇ। ਤਾਂ ਨੱਕ ਨੂੰ ਰੱਖਣ ਵਾਸਤੇ ਜੀਵ ਜਿਹੜਾ ਬੜਾ ਯਤਨ ਕਰਦਾ ਹੈ।
ਨੱਕ ਦੇ ਨੁਕਸ ਦੇ ਵਿੱਚੋਂ ਹੀ ਤਾਂ ਅਫਲਾਤੂਨ ਪੜਿਆ ਗਿਆ ਸੀ, ਯੂਨਾਨ ਦਾ ਦਾਰਸ਼ਨਿਕ ਹੋਇਆ। ਪਰਮੇਸ਼ਰ ਨੇ ਬਣਾ ਕੇ ਸੰਸਾਰ ਤੇ ਭੇਜਿਆ ਹੈ, ਤੇ ਜੀਵ ਜਿਹੜਾ ਆਪਣੀ ਸੁੰਦਰਤਾ ਦੇ ਭਰਮ ਵਿੱਚ ਹੀ ਪਿਆ ਰਹਿੰਦਾ ਕਿ ਮੈਂ ਬਹੁਤ ਸੁੰਦਰ ਹਾਂ। ਤੇ ਜਦੋਂ ਅਫਲਾਤੂਨ ਨੂੰ ਭੇਜਿਆ ਤੇ ਆਇਆ ਸੰਸਾਰ ਤੇ, ਹੁਣ ਸੰਸਾਰ ਤੇ ਜਿਹੜਾ ਜੀਵ ਆਉਂਦਾ ਉਹਦਾ ਫਿਰ ਜਾਣ ਨੂੰ ਚਿੱਤ ਨਹੀਂ ਕਰਦਾ, ਜਾਣਾ ਨਹੀਂ ਚਾਹੁੰਦਾ ਸੰਸਾਰ ਛੱਡ ਕੇ। ਸੰਸਾਰ ਚੰਗਾ ਲੱਗਦਾ ਹੈ। ਤਾਂ ਹੁਣ ਜਦੋਂ ਦਾ ਸਮਾਂ ਆਇਆ, ਜੰਮ ਲੈਣ ਵਾਸਤੇ ਆਏ, ਤੇ ਇਹਨੇ ਕਈ ਤਰ੍ਹਾਂ ਦੀਆਂ ਮੂਰਤੀਆਂ ਜਿਹੜੀਆਂ ਨੇ ਉਹ ਬਣਾ ਕੇ ਰੱਖ ਲੀਆਂ ਆਪਣੇ ਵਰਗੀਆਂ, ਹੂ ਬਹੂ। ਜੰਮ ਆਏ ਉਹ ਵੇਖਣ ਕੇ ਅਸੀਂ ਤਾਂ ਇੱਕ ਅਫਲਾਤੂਨ ਨੂੰ ਲੈ ਕੇ ਜਾਣਾ, ਇੱਥੇ ਤਾਂ ਕਈ ਨੇ। ਵਾਪਸ ਚਲੇ ਗਏ। ਅਜਰਾਇਲ ਫਰਿਸ਼ਤੇ ਨੂੰ ਕਹਿਣ ਲੱਗੇ ਕਿ ਅਸੀਂ ਤਾਂ ਲੈਣ ਗਏ ਸੀ ਅਫਲਾਤੂਨ ਨੂੰ, ਪਰ ਉੱਥੇ ਤਾਂ ਕਈ ਨੇ, ਕਿਹਨੂੰ ਲੈ ਕੇ ਆਈਏ? ਖੁਦਾਵੰਦ ਦੇ ਕੋਲ ਪੇਸ਼ ਹੋਇਆ ਅਜਰਾਇਲ ਫਰਿਸ਼ਤਾ, ਜਾ ਕੇ ਦੱਸਿਆ, ਤੇ ਖੁਦਾਵੰਦ ਕਹਿਣ ਲੱਗਾ ਕਿ ਕਿਉਂਕਿ ਉਹਨੇ ਪੈਦਾ ਕੀਤਾ ਜੀਵ ਨੂੰ, ਉਹ ਕਹਿਣ ਲੱਗੇ ਜੀ ਕਿਹਨੂੰ ਲੈ ਕੇ ਆਈਏ, ਉੱਥੇ ਤਾਂ ਕਈ ਨੇ। ਕਹਿਣ ਲੱਗੇ ਮਨੁੱਖ ਆਪਣੀ ਸੁੰਦਰਤਾ ਦੇ ਭੁਲੇਖੇ ਵਿੱਚ ਹੈ ਕਿ ਮੈਂ ਬੜਾ ਸੁੰਦਰ ਹਾਂ, ਤੇ ਜਦੋਂ ਕੋਈ ਉਪਮਾ ਕਰਦਾ ਉਹਨੂੰ ਬੜੀ ਚੰਗੀ ਲੱਗਦੀ ਹੈ। ਜੇ ਕੋਈ ਕਹਿ ਦੇ ਤੇਰਾ ਚਿਹਰਾ ਬੜਾ ਕਰੂਪ ਹੈ ਤੇ ਫਿਰ ਬੜਾ ਗੁੱਸਾ ਆਉਂਦਾ ਹੈ। ਕਹਿੰਦੇ ਜਾ ਕੇ ਕਹਿ ਦਿਓ ਤੇਰੇ ਨੱਕ ਦੇ ਵਿੱਚ, ਜਿਹੜਾ ਸਾਰਿਆਂ ਦੀ ਉਪਮਾ ਕਰਦੇ ਆ, ਸਾਰਿਆਂ ਬੁੱਤਾਂ ਦੀ ਤਸਵੀਰਾਂ ਦੀ ਉਪਮਾ ਕਰਦੇ ਆ, ਇੱਕ ਤੇ ਜਾ ਕੇ ਕਹਿ ਦੇਣਾ ਕਿ ਇਹਦਾ ਨੱਕ ਵਿੰਗਾ ਹੈ। ਉਸੇ ਤਰ੍ਹਾਂ ਕੀਤਾ। ਜਾਮ ਆ ਗਏ, ਸਾਰੀਆਂ ਜਿੰਨੇ ਬੁੱਤ ਬਣਾਏ ਉਹਨਾਂ ਦੀ ਸਿਫਤ ਕਰਦੇ ਗਏ, ਬੜਾ ਸੋਹਣਾ ਬੜਾ ਸੋਹਣਾ। ਇੱਕ ਕੋਲ ਜਾ ਕੇ ਕਹਿਣ ਲੱਗੇ ਕਿ ਇਹਦਾ ਨੱਕ ਵਿੰਗਾ ਹੈ। ਹੁਣ ਉਸੇ ਵੇਲੇ ਫਲਾਤੂ ਜਿਹੜਾ ਸੀ ਉਹ ਬੋਲ ਪਿਆ, ਅਸਲੀ ਫਲਾਤੂ। ਕਹਿੰਦਾ ਦੱਸੋ ਕਿੱਥੋਂ ਵਿੰਗਾ ਨੱਕ? ਇਹ ਨੱਕ ਦਾ ਜਿਹੜਾ ਨਾ ਸੰਬੰਧ ਬੜਾ ਵੱਡਾ ਜੁੜਿਆ ਹੋਇਆ। ਨੱਕ ਰੱਖਣ ਵਾਸਤੇ ਬੰਦਾ ਬਹੁਤ ਕੁਝ ਕਰਦਾ ਤੇ ਨੱਕ ਦੇ ਕਾਰਨ ਹੀ ਫੜਿਆ ਜਾਂਦਾ। ਨੱਕ ਦੇ ਕਾਰਨ ਜੀਵ ਅੱਜ ਕਰਜ਼ੇ ਥੱਲੇ ਦੱਬੇ ਹੋਏ ਨੇ, ਵਿਖਾਵੇ ਲਈ। ਸੋ ਮਾਇਆ ਜਿਹੜੀ ਹੈ ਇਹ ਬੜੀ ਪ੍ਰਬਲ ਹੈ। ਭਾਈ ਗੁਰਦਾਸ ਜੀ ਕਹਿੰਦੇ ਕਿ ਜੇਕਰ ਨਦੀ ਤੋਂ ਬਾਹਰ ਅੱਗ ਲੱਗ ਜਾਏ ਤਾਂ ਨਦੀ ਦੇ ਪਾਣੀ ਨਾਲ ਬੁਝਾਈ ਜਾ ਸਕਦੀ ਹੈ, ਤੇ ਜੇ ਨਦੀ ਦੇ ਵਿੱਚ ਕਿਸ਼ਤੀ ਵਿੱਚ ਜਾਂਦੇ ਆ ਅੱਗ ਲੱਗ ਜਾਏ ਤੇ ਫਿਰ ਕਿਵੇਂ ਬਚਾਅ ਹੋਵੇ? ਕਿਸੇ ਕਿਲੇ ਦਾ ਓਟ ਲਈਦਾ, ਸਹਾਰਾ ਲਈਦਾ ਬਚਣ ਵਾਸਤੇ, ਤੇ ਕਹਿੰਦੇ ਜੇ ਕਿਲੇ ਦੇ ਵਿੱਚ ਹੀ ਲੁੱਟੇ ਜਾਈਏ ਤੇ ਫਿਰ ਕਿੱਥੋਂ ਬਚਾਂਗੇ? ਕੌਣ ਬਚਾਏਗਾ? ਰਾਜੇ ਦੀ ਸ਼ਰਨ ਵਿੱਚ ਚੱਲ ਕੇ ਜਾਈਦਾ ਚੋਰਾਂ ਧਾੜਵੀਆਂ ਤੋਂ ਬਚਣ ਦੇ ਲਈ, ਤੇ ਜੇ ਰਾਜਾ ਹੀ ਮਾਰੇ ਫਿਰ ਕੌਣ ਬਚਾਏ? ਗੁਰਦੁਆਰੇ ਜਾਈਦਾ ਮਾਇਆ ਦੇ ਪ੍ਰਭਾਵ ਤੋਂ ਬਚਣ ਲਈ, ਤੇ ਜੇ ਗੁਰਦੁਆਰੇ ਦੇ ਵਿੱਚ ਹੀ ਮਾਇਆ ਦਾ ਪ੍ਰਭਾਵ ਇਤਨਾ ਜ਼ਿਆਦਾ ਹੋਵੇ ਤੇ ਫਿਰ ਕਿੱਥੇ ਬਚਿਆ ਜਾਏਗਾ? ਅੱਜ ਵੇਖਦੇ ਹਾਂ ਕਿ ਬਹੁਤ ਜ਼ਿਆਦਾ ਪ੍ਰਭਾਵ ਹੈ ਮਾਇਆ ਦਾ ਗੁਰਦੁਆਰਿਆਂ ਦੇ ਵਿੱਚ। ਮਾਇਆ ਦੇ ਕਾਰਨ ਲੜਾਈਆਂ, ਝਗੜੇ, ਪੱਗਾਂ ਉਤਰਦੀਆਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਕਿਰਪਾਨਾਂ ਚੱਲਦੀਆਂ। ਉਸ ਵਕਤ ਅਸੀਂ ਸਭ ਕੁਝ ਭੁੱਲ ਜਾਂਦੇ ਹਾਂ। ਇਹ ਮਾਇਆ ਨਾ, ਗੁਰੂ ਦਾ ਆਦਬ ਸਤਿਕਾਰ, ਗੁਰੂ ਦੀ ਭੈ ਭਾਵਨੀ ਸਾਨੂੰ ਸਭ ਭੁੱਲ ਜਾਂਦੀ। ਕਿਉਂ ਨੇ ਗੁਰੂ ਘਰਾਂ ਦੇ ਵਿੱਚ ਪ੍ਰਧਾਨਗੀਆਂ ਦੀਆਂ, ਅਹੁਦੇਦਾਰੀਆਂ ਦੀਆਂ ਲੜਾਈਆਂ ਕਿਉਂ ਨੇ? ਮਾਇਆ ਦੇ ਕਾਰਨ। ਤੇ ਜੇ ਇੱਥੇ ਆ ਕੇ ਵੀ ਮਾਇਆ ਵਰਤ ਜਾਵੇ ਫਿਰ ਕਿੱਥੇ ਜਾ ਕੇ ਬਚਾਂਗੇ? ਇਸ ਕਰਕੇ ਇਹਦੇ ਕੋਲੋਂ ਬਚਣਾ ਬਹੁਤ ਕਠਿਨ ਹੈ, ਬਹੁਤ ਔਖਾ ਹੈ। ਚਾਰ ਚੋਰਾਂ ਨੇ ਚੋਰੀ ਕਰਨ ਦਾ ਮਨ ਬਣਾਇਆ, ਬੜੇ ਅਮੀਰ ਘਰ ਚੋਂ ਚੋਰੀ ਕੀਤੀ, ਧਨ ਚੁਰਾ ਲਿਆ, ਬੜਾ ਧਨ ਹੱਥ ਲੱਗਿਆ। ਬਾਹਰ ਜੰਗਲ ਵਾਲੇ ਪਾਸੇ ਚਲੇ ਗਏ,
ਭੁੱਖ ਲੱਗੀ, ਦੋ ਜਣੇ ਮਾਇਆ ਦੀ ਰਾਖੀ ਬੈਠੇ, ਦੋ ਭੋਜਨ ਲੈਣ ਚਲੇ ਗਏ। ਤੇ ਜਿਹੜੇ ਹੁਣ ਭੋਜਨ ਲੈਣ ਗਏ ਉਹਨਾਂ ਦੇ ਮਨ ਵਿੱਚ ਪਾਪ ਆ ਗਿਆ। ਕਹਿੰਦੇ ਕਿ ਜੇਕਰ ਇਹ ਦੋ ਜਿਹੜੇ ਨੇ ਇਹਨਾਂ ਨੂੰ ਮਾਰ ਦਈਏ ਤੇ ਜਿਹੜਾ ਧਨ ਚਾਰਾਂ 'ਚ ਵੰਡਿਆ ਜਾਣਾ, ਉਹ ਦੋਵਾਂ ਨੂੰ ਆਪਾਂ ਨੂੰ ਬਹੁਤ ਵੱਡੀ ਗਿਣਤੀ ਵਿੱਚ ਧਨ ਪ੍ਰਾਪਤ ਹੋ ਜਾਏਗਾ, ਦੋ ਹਿੱਸੇ ਪੈਣਗੇ। ਜਿਹੜੇ ਉਧਰ ਦੋ ਬੈਠੇ ਸਨ ਉਹ ਕਹਿਣ ਲੱਗੇ ਜਿਹੜੇ ਸ਼ਹਿਰ ਰੋਟੀ ਲੈਣ ਗਏ ਨੇ, ਜੇ ਆਉਂਦਿਆਂ ਨੂੰ ਇਹਨਾਂ ਨੂੰ ਮਾਰ ਦਈਏ ਤੇ ਧਨ ਆਪਾਂ ਦੋਵੇਂ ਵੰਡ ਲਾਂਗੇ। ਹੁਣ ਉਹਨਾਂ ਨੇ ਜ਼ਹਿਰ ਮਿਲਾਤੀ, ਉਹ ਖਾਣਾ ਲੈ ਕੇ ਆਏ ਤੇ ਉਹਨਾਂ ਨੇ ਖਾਣਾ ਖਾਣ ਤੋਂ ਪਹਿਲਾਂ ਉਹਨਾਂ ਦੋਵਾਂ ਨੂੰ ਜਿਹੜਾ ਸੀ ਵਿਉਂਤ ਬਣਾਏ ਸੀ, ਦੋਵਾਂ ਨੂੰ ਮਾਰ ਦਿੱਤਾ। ਤੇ ਕਹਿੰਦੇ ਹੁਣ ਪਹਿਲਾਂ ਖਾਣਾ ਖਾ ਲਈਏ, ਰੋਟੀ ਖਾ ਲਈਏ, ਫਿਰ ਧਨ ਵੰਡਾਂਗੇ। ਰੋਟੀ ਖਾਧੀ, ਉਹਦੇ 'ਚ ਜ਼ਹਿਰ ਮਿਲਿਆ ਸੀ, ਉਹ ਵੀ ਦੋਵੇਂ ਮਰ ਗਏ, ਚਾਰਾਂ ਦੀ ਮੌਤ ਹੋ ਗਈ। ਤੇ ਹੁਣ ਖਸਮ ਮਰੈ ਤਾਂ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਮਾਇਆ ਦਾ ਖਸਮ ਕੌਣ ਹੈ? ਜਿਹੜਾ ਉਹਦਾ ਮਾਲਕ, ਜਿਹੜਾ ਕਹਿੰਦਾ ਮੇਰੀ ਹੈ, ਮੈਂ ਇਕੱਠਾ ਕੀਤਾ ਇਤਨਾ ਧਨ। ਤੇ ਜਦੋਂ ਉਹਦੀ ਮੌਤ ਹੁੰਦੀ ਹੈ, ਕਦੀ ਮਾਇਆ ਰੋਂਦੀ ਵੇਖੀ ਕਿਸੇ ਨੇ? ਦੂਜੇ ਮਾਲਕ ਬਣ ਜਾਂਦੇ ਨੇ ਆ ਕੇ ਉਸੇ ਵਕਤ। ਸੋ ਇਸ ਕਦੇ ਕੋਲੋਂ ਬਚਣਾ ਬਹੁਤ ਔਖਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਸਾਨੂੰ ਸਮਝਾ ਰਹੇ ਨੇ। ਆਓ ਰਲ ਮਿਲ ਕੇ ਪਾਵਨ ਸ਼ਬਦ ਨੂੰ ਵਿਚਾਰਨ ਦਾ ਯਤਨ ਕਰੀਏ। ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜਨ ਦੇ ਲਈ, ਮਨ ਦੀ ਇਕਾਗਰਤਾ ਬਣਾਉਣ ਦੇ ਲਈ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸੋਰਠ ਰਾਗ ਦੀ ਵਾਰ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 643 ਅੰਗ ਤੋਂ ਲੈ ਕੇ 644 ਅੰਗ ਤੇ ਇਹ ਪਾਵਨ ਸ਼ਬਦ ਸੁਸ਼ੋਭਿਤ ਹੈ। ਸ਼ਬਦ ਦੀ ਆਰੰਭਤਾ ਕਰਦਿਆਂ ਮਾਇਆ ਮਮਤਾ ਮੋਹਣੀ, ਜਿਨ ਵਿਣ ਦੰਤਾ ਜਗ ਖਾਇਆ। ਮਾਇਆ ਜੀਵ ਦੀ ਜਿਹੜੀ ਸਰੀਰ ਹੈ ਇਹ 30 ਸਾਲ ਤੱਕ ਵੱਧਦਾ ਹੈ, ਪਰ ਜਿਹੜੀ ਮਾਇਆ ਦਾ ਪ੍ਰਭਾਵ ਹੈ, ਮਾਇਆ ਦਾ ਜਿਹੜਾ ਪਸਾਰਾ ਹੈ, ਇਹ ਵੱਧਦਾ ਹੀ ਤੁਰਿਆ ਜਾਂਦਾ, ਵੱਧਦਾ ਹੀ ਤੁਰਿਆ ਜਾਂਦਾ। ਕਿਉਂਕਿ ਮੋਹ ਹੈ, ਮੋਹ ਕਦੇ ਖਤਮ ਹੁੰਦਾ ਹੈ, ਮੋਹ ਵੱਧਦਾ ਹੈ। ਮਨੁੱਖ ਕਹਿੰਦਾ ਕਿ ਮੇਰਾ ਪਰਿਵਾਰ ਵਧੇ, ਧੀਆਂ ਪੁੱਤਰ ਹੋਣ, ਘਰ ਦੇ ਵਿੱਚ ਜਾਇਦਾਦ ਹੋਵੇ, ਇਤਨੇ ਸੁੱਖ ਸਾਧਨ ਹੋਣ, ਇਤਨੀਆਂ ਕੋਠੀਆਂ ਹੋਣ, ਉਹ ਵੱਧਦਾ ਜਾਂਦਾ ਪਸਾਰਾ। ਪੰਛੀ ਜਿਹੜਾ ਜਾਲ ਦੇ ਵਿੱਚ ਫਸਿਆ ਹੈ, ਉਹ ਜਾਲ ਦੇ ਵਿੱਚੋਂ ਨਿਕਲਣ ਦਾ ਯਤਨ ਕਰਦਾ ਹੈ, ਜਾਲ ਚੋਂ ਛੁੱਟਣ ਦਾ ਯਤਨ ਕਰਦਾ ਕਿ ਕਿਸੇ ਤਰ੍ਹਾਂ ਇਹ ਜਾਲ ਦੇ ਵਿੱਚੋਂ ਮੈਂ ਨਿਕਲ ਜਾਵਾਂ। ਪਰ ਮਨੁੱਖ ਵਿਚਾਰਾ ਹੋਰ ਫਸਦਾ ਜਾਂਦਾ ਹੈ, ਉਹ ਯਤਨ ਨਹੀਂ ਕਰਦਾ ਨਿਕਲਣ ਦਾ। ਕਿਉਂਕਿ ਜਿਹੜੀਆਂ ਇਛਾਵਾਂ ਨੇ ਉਹ ਹੋਰ ਜ਼ਿਆਦਾ ਐਸਾ ਜਾਲ ਜਿਹੜਾ ਮਾਇਆ ਨੇ ਬੁਣਿਆ ਹੋਇਆ ਹੈ ਇਹਦੀਆਂ ਤੰਦਾਂ ਦਾ, ਤੇ ਉਹ ਜਾਲ ਦੇ ਵਿੱਚ ਜੀਵ ਫਸਦਾ ਜਾਂਦਾ, ਫਸਦਾ ਜਾਂਦਾ। ਤੇ ਫਸਿਆ ਹੋਇਆ ਮਾਇਆ ਦੇ ਕਾਰਨ ਫਿਰ ਮਨੁੱਖ ਭਟਕਦਾ ਫਿਰਦਾ, ਭਰਮਦਾ ਫਿਰਦਾ, ਦਿਨੇ ਰਾਤ ਟਾਈਮ ਹੀ ਨਹੀਂ। ਪਰਿਵਾਰ ਵੀ ਕਹਿੰਦਾ ਕਿ ਇਹਦੇ ਕੋਲ ਤਾਂ ਸਾਡੇ ਕੋਲ ਬੈਠਣ ਲਈ ਸਮਾਂ ਵੀ ਨਹੀਂ, ਬੱਚਿਆਂ ਨਾਲ ਬੈਠਣ ਦਾ ਸਮਾਂ ਨਹੀਂ। ਦਿਨ ਰਾਤ ਜਿਹੜੀ ਹੈ ਉਹ ਭਟਕਣਾ ਲੱਗੀ ਹੋਈ ਹੈ, ਦੌੜ ਲੱਗੀ ਹੋਈ ਹੈ, ਮਨੁੱਖ ਦੌੜਿਆ ਫਿਰਦਾ, ਉਹ ਮਾਇਆ ਦੇ ਜਾਲ ਦੇ ਵਿੱਚ ਫਸਿਆ ਹੋਇਆ। ਤੇ ਜੇ ਕਹਿ ਦੇਵੇ ਕਿ ਆ
ਇੰਨੀ ਕੁ ਰਿਸ਼ਵਤ ਦੇ ਕੇ ਇੰਨਾ ਧਨ ਪ੍ਰਾਪਤ ਹੋ ਸਕਦਾ ਹੈ, ਤਾਂ ਉੱਥੇ ਰਿਸ਼ਵਤ ਦੇਣ ਲੱਗਿਆ ਵੀ ਗੁਰੇਜ਼ ਨਹੀਂ ਕਰਦਾ। ਜੇ ਕੋਈ ਕਹਿ ਦੇਵੇ ਕਿ ਧਰਮ ਦਾ ਆਹ ਕਰਮ ਕਰ ਲੈ, ਤੂੰ ਰੱਬ ਨੂੰ ਵੀ ਕੋਈ ਨਾ ਕੋਈ ਲਾਲਚ ਦੇ ਥੋੜਾ ਬਹੁਤਾ, ਤੇ ਤੇਰਾ ਕੰਮ ਬਿਨਾਂ ਰਿਸ਼ਵਤ ਹੋ ਸਕਦਾ, ਫਿਰ ਉਹ ਵੀ ਕਰਨਾ ਸ਼ੁਰੂ ਕਰ ਦਿੰਦਾ ਧਰਮ ਦਾ ਕੰਮ। ਕਹਿੰਦੇ ਆ ਨਾ ਕਿ ਮੇਰਾ ਕੰਮ ਹੋ ਜੇ, ਜੇ ਮੈਨੂੰ ਇੰਨਾ ਮੁਨਾਫਾ ਹੋ ਜੇ, ਅਖੰਡ ਪਾਠ ਸਾਹਿਬ ਕਰਾਵਾਂਗੇ, ਆਹ ਕਰਾਂਗਾ, ਲੰਗਰ ਲਾਵਾਂਗਾ। ਮਨੁੱਖ ਉੱਥੇ ਵੀ ਇਹ ਯਤਨ ਵਿੱਚ ਹੈ, ਉੱਥੇ ਵੀ ਉਹਨੂੰ ਭਟਕਣਾ ਜਿਹੜੀ ਹੈ ਲੱਗੀ ਹੋਈ ਹੈ, ਭਟਕ ਰਿਹਾ, ਉਹ ਜਾਲ ਦੇ ਵਿੱਚ ਫਸਿਆ ਹੋਇਆ, ਉਹ ਨਹੀਂ ਖਤਮ ਹੁੰਦੀ। ਸਾਹਿਬ ਜੀ ਕਹਿੰਦੇ ਮਾਇਆ ਐਸੀ ਹੈ, ਮੋਹ ਲੈਣ ਵਾਲੀ, ਜਿਨੇ ਵਿਣ ਦੰਤਾਂ ਜਗ ਖਾਇਆ, ਬਿਨਾ ਦੰਦਾਂ ਤੋਂ ਜਿਹੜੀ ਹੈ ਸੰਸਾਰ ਨੂੰ ਨਿਗਲ ਰਹੀ ਹੈ, ਖਾ ਰਹੀ ਹੈ। ਮਨ ਮੁਖ ਖਾਦੇ ਗੁਰਮੁਖ ਉਬਰੇ, ਜਿਨੇ ਸੱਚ ਨਾਮ ਚਿਤ ਲਾਇਆ। ਮਨਮੁਖ ਖਾਦੇ, ਜਿਹੜੇ ਮਨਮੁਖ ਜੀਵ ਨੇ, ਪਰਮੇਸ਼ਰ ਦੇ ਨਾਮ ਨਾਲੋਂ ਟੁੱਟੇ ਹੋਏ ਨੇ ਜਿਹੜੇ, ਉਹਨਾਂ ਨੂੰ ਇਸ ਮਾਇਆ ਨੇ ਖਾ ਲਿਆ, ਨਿਗਲ ਲਿਆ। ਕਿਉਂਕਿ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ। ਹਰ ਰੋਜ਼ ਮਾਇਆ ਦੇ ਕਾਰਨ ਜਿਹੜਾ ਮਨੁੱਖ ਦੌੜਿਆ ਫਿਰਦਾ, ਹਰ ਤਰ੍ਹਾਂ ਦੇ ਕਰਮ ਕਰ ਰਿਹਾ। ਉਹ ਜਿਹੜੇ ਐਸੇ ਮਨਮੁਖ ਜੀਵ ਨੇ, ਮਨਮੁਖ ਖਾਦੇ, ਉਹਨਾਂ ਨੂੰ, ਮਨਮੁਖਾਂ ਨੂੰ ਮਾਇਆ ਨੇ ਖਾ ਲਿਆ, ਆਪਣੇ ਕਾਬੂ ਵਿੱਚ ਕਰ ਲਿਆ, ਆਪਣੇ ਵਸ ਵਿੱਚ ਕਰ ਲਿਆ, ਨਿਗਲੇ ਜਾ ਚੁੱਕੇ ਨੇ। ਗੁਰਮੁਖ ਉਭਰੇ, ਜਿਹੜੇ ਗੁਰਮੁਖ ਨੇ ਉਹ ਇਹਦੇ ਕੋਲੋਂ ਬਚ ਗਏ। ਬਚੇ ਕਿਵੇਂ? ਸਾਹਿਬ ਜੀ ਕਹਿੰਦੇ ਜਿਨੇ ਸੱਚ ਨਾਮ ਚਿਤ ਲਾਇਆ, ਜਿਨ੍ਹਾਂ ਨੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਸੱਚੇ ਦੇ ਨਾਮ ਦੇ ਵਿੱਚ ਆਪਣਾ ਚਿੱਤ ਜੋੜਿਆ, ਚਿੱਤ ਲਾਇਆ, ਉਹਨਾਂ ਦੇ ਉੱਤੇ ਮਾਇਆ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਬੜੇ ਤਰ੍ਹਾਂ ਦੇ ਨਾਲ ਭਗਤਾਂ ਨੂੰ ਛਲਣ ਦਾ ਯਤਨ ਕੀਤਾ, ਪਰ ਭਗਤ ਜਿਹੜੇ ਸਨ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਬੰਦਗੀ ਕਰਨ ਵਾਲੇ, ਜਿਨ੍ਹਾਂ ਨੇ ਚਿੱਤ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਲਾਇਆ ਹੋਇਆ ਸੀ, ਜੋੜਿਆ ਹੋਇਆ ਸੀ, ਉਹ ਮਾਇਆ ਤੋਂ ਛਲੇ ਨਹੀਂ ਗਏ। ਉਹ ਮਾਇਆ ਤੋਂ ਨਹੀਂ ਛਲੇ ਗਏ। ਮਾਇਆ ਉਹਨਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਇਸ ਕਰਕੇ ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਚਿੱਤ ਲਾ ਕੇ ਗੁਰਮੁਖ ਜਨ ਜਿਹੜੇ ਹਨ, ਗੁਰੂ ਦੇ ਉਪਦੇਸ਼ ਦੁਆਰਾ ਬਚ ਗਏ। ਬਿਨ ਨਾਵੇ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਬਿਨਾ ਜਗ ਕਮਲਾ ਫਿਰੈ। ਜਗ ਕਮਲਾ ਹੋਇਆ ਫਿਰਦਾ, ਸ਼ੁਦਾਈ ਹੋਇਆ ਫਿਰਦਾ, ਬੌਰਾ ਹੋਇਆ ਫਿਰਦਾ। ਦੇਖ ਰਹੇ ਆਪਾਂ ਸੰਸਾਰ ਦੇ ਹਾਲਾਤ, ਇਹ ਸਾਰਾ ਕੁਝ ਵਾਹਿਗੁਰੂ ਪਰਮੇਸ਼ਰ ਦੇ ਨਾਮ ਤੋਂ ਟੁੱਟੇ ਹੋਣ ਕਰਕੇ ਹੈ। ਉਹ ਨਾਮ ਜਿਹੜਾ ਸਾਨੂੰ ਵਿਸਰਿਆ ਹੋਇਆ ਹੈ। ਸਾਡੀ ਸ਼ੁਦਾਈਆਂ ਵਰਗੀ, ਬੌਰਿਆਂ ਵਰਗੀ, ਪਾਗਲਾਂ ਵਾਲੀ ਹਾਲਤ ਬਣੀ ਹੋਈ ਹੈ ਨਾਮ ਨੂੰ ਵਿਸਾਰ ਕੇ। ਗੁਰਮੁਖ ਨਦਰੀ ਆਇਆ, ਤੇ ਜਿਹੜੇ ਗੁਰਮੁਖ ਜਨ ਨੇ, ਉਹਨਾਂ ਨੂੰ ਗੁਰੂ ਦੇ ਉਪਦੇਸ਼ ਦੁਆਰਾ ਜਿਹੜਾ ਇਹ ਮਾਇਆ ਦਾ ਪਸਾਰਾ, ਜਿਹੜਾ ਸਾਰਾ ਕੁਛ ਨਜ਼ਰ ਆ ਜਾਂਦਾ ਹੈ, ਉਹ ਵੇਖ ਲੈਂਦੇ ਨੇ ਗੁਰੂ ਦੀ ਕਿਰਪਾ ਦਾ ਸਦਕਾ। ਇਸ ਕਰਕੇ ਉਹ ਇਹਦੇ ਪ੍ਰਭਾਵ ਤੋਂ ਬਚ ਜਾਂਦੇ ਨੇ। ਤੇ ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦਾ ਨਾਮ ਭੁੱਲਿਆ ਹੋਇਆ ਹੈ, ਉਹ ਸੰਸਾਰ ਦੇ ਵਿੱਚ ਕਮਲਿਆਂ ਵਾਂਗ, ਸ਼ੁਦਾਈਆਂ ਵਾਂਗ ਫਿਰਦੇ ਹਨ। ਤੰਦਾ ਕਰਤਿਆ ਨਹਿਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਸਾਰਾ ਦਿਨ ਧੰਦਿਆਂ ਦੇ ਵਿੱਚ ਪਿਆ ਜੀਵਨ ਅਜਾਈ ਗਵਾਚ ਗਿਆ, ਨਿਫਲ ਗਵਾਇਆ। ਧੰਦਿਆਂ ਦੇ ਵਿੱਚ ਖਚਤ ਹੋ ਗਏ ਮਾਇਆ ਦੇ ਕਾਰਨ। ਕਿਉਂਕਿ ਮਾਇਆ ਦੇ ਕਾਰਨ ਜਿਹੜਾ ਮਨੁੱਖ ਹੈ, ਉਹ ਜੇ ਇੱਥੇ ਗੱਲ ਨਹੀਂ ਬਣੀ ਤਾਂ ਦੂਜੇ ਸ਼ਹਿਰ ਗੱਲ ਨਹੀਂ ਬਣੀ, ਤੇ ਫਿਰ ਅਗਲੀ ਕੰਟਰੀ, ਹੋਰ ਦੇਸ਼ ਚਲੇ ਗਏ। ਮਾਇਆ ਦੇ ਕਾਰਨ ਧੰਦਿਆਂ ਵਿੱਚ ਪਿਆ ਹੋਇਆ, ਮੇਰਾ ਵਪਾਰ ਇੱਥੋਂ ਤੱਕ ਵੱਧ ਜਾਏ, ਦੁਕਾਨਦਾਰੀ ਇੰਨੀ ਹੋਰ ਵੱਧ ਜਾਏ, ਜ਼ਮੀਨ ਜਾਇਦਾਦ ਵਿੱਚ ਇੰਨਾ ਹੋਰ ਵਾਧਾ ਹੋ ਜਾਏ, ਧੰਦਿਆਂ ਦੇ ਵਿੱਚ ਪਿਆ ਹੀ।
ਧੰਦਾ ਕਰਤਿਆਂ ਨਿਫਲ ਜਨਮ ਗਵਾਇਆ। ਜਿਹੜਾ ਜਨਮ ਸੀ ਅਮੋਲਕ, ਜਿਹੜਾ ਮਿਲਿਆ ਸੀ, ਦੁਰਲੱਭ ਸੀ, ਜਿਹੜਾ ਹੀਰੇ ਵਰਗਾ ਜਿਹੜਾ ਜਨਮ ਸੀ, ਉਹਨੂੰ ਐਵੇਂ ਅਜਾਈ ਗਵਾ ਲਿਆ, ਨਿਫਲ ਗਵਾ ਲਿਆ। ਸੁਖ ਦਾਤਾ ਮਨ ਨਾ ਵਸਾਇਆ। ਧੰਦਿਆਂ ਦੇ ਵਿੱਚੋਂ ਸੁਖ ਭਾਲਦਾ ਰਿਹਾ ਤੇ ਜਿੱਥੋਂ ਸੁਖ ਦੀ ਪ੍ਰਾਪਤੀ ਹੋਣੀ ਸੀ, ਜਿਹੜਾ ਸੁੱਖਾਂ ਦਾ ਦਾਤਾ ਸੀ ਵਾਹਿਗੁਰੂ ਪਰਮੇਸ਼ਰ, ਉਹਨੂੰ ਮਨ ਦੇ ਵਿੱਚ, ਉਹਨੂੰ ਹਿਰਦੇ ਦੇ ਵਿੱਚ ਨਹੀਂ ਵਸਾਉਣਾ ਕੀਤਾ, ਉਹਨੂੰ ਨਹੀਂ ਵਸਾਇਆ। ਮਾਇਆ ਦੇ ਖਾਤਰ ਧੰਦਿਆਂ ਦੇ ਵਿੱਚ ਪਿਆ ਰਿਹਾ। ਧੰਦੇ ਕਰਦਿਆਂ ਹੀ ਸਾਰੀ ਉਮਰ ਲੰਘ ਗਈ। ਕਿਉਂਕਿ ਸਿਆਣੇ ਕਹਿੰਦੇ ਧੰਦਾ ਕਿਸੇ ਨਾ ਸਾਧਿਆ, ਧੰਦੇ ਸਭ ਸਾਧੇ। ਕਦੀ ਕਿਸੇ ਦੇ ਧੰਦੇ ਮੁੱਕੇ ਨੇ, ਪਰ ਧੰਦਾ ਸਾਰਿਆਂ ਨੂੰ ਮੁਕਾ ਦਿੰਦਾ। ਇਸ ਕਰਕੇ ਧੰਦਿਆਂ ਦੇ ਵਿੱਚ ਪਿਆ ਜਨਮ ਜਿਹੜਾ ਸੀ ਉਹ ਨਿਫਲ ਗਵਾਚ ਗਿਆ। ਜਿਹੜਾ ਸੁਖਦਾਤਾ, ਜਿਸ ਤੋਂ ਸੁੱਖਾਂ ਦੀ ਪ੍ਰਾਪਤੀ ਹੋਣੀ ਸੀ, ਸੁੱਖਾਂ ਦਾ ਜਿਹੜਾ ਦਾਤਾ ਸੀ, ਉਹਨੂੰ ਮਨ ਦੇ ਵਿੱਚ ਨਹੀਂ ਵਸਾਉਣਾ ਕੀਤਾ, ਉਹਨੂੰ ਨਹੀਂ ਸਿਮਰਿਆ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਤੇ ਪਾਤਸ਼ਾਹ ਜੀ ਕਹਿੰਦੇ ਨਾਮ ਪ੍ਰਾਪਤ ਕਿਹਨਾਂ ਨੂੰ ਹੁੰਦਾ ਹੈ? ਜਿਨ ਕੋ ਧੁਰ ਲਿਖ ਪਾਇਆ। ਜਿਨ੍ਹਾਂ ਦੇ ਧੁਰ ਤੋਂ ਵਾਹਿਗੁਰੂ ਪਰਮੇਸ਼ਰ ਨੇ ਭਾਗਾਂ ਦੇ ਵਿੱਚ ਲਿਖ ਦਿੱਤਾ, ਉਹਨਾਂ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਦੇ ਨੇ। ਨਾਨਕ ਨਾਮ ਤਿਨਾ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਉਸ ਵਿਧਾਤੇ ਵਾਹਿਗੁਰੂ ਪਰਮੇਸ਼ਰ ਨੇ ਧੁਰ ਤੋਂ ਜਿਨ੍ਹਾਂ ਦੇ ਕਰਮਾਂ ਵਿੱਚ, ਭਾਗਾਂ ਵਿੱਚ ਲਿਖ ਦਿੱਤਾ, ਉਹਨਾਂ ਨੂੰ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋ ਗਈ। ਮਹੱਲਾ ਤੀਜਾ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾ ਸਾਧਨਾ ਪਾਇਆ। ਦੂਸਰੇ ਸ਼ਲੋਕ ਦੀ ਆਰੰਭਤਾ ਕਰਦੇ ਆ। ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ। ਹਿਰਦੇ ਰੂਪੀ ਘਰ ਦੇ ਵਿੱਚ ਅੰਮ੍ਰਿਤ ਜਿਹੜਾ ਉਹ ਭਰਪੂਰ ਹੈ। ਉਹ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਤਾਂ ਸਾਡੇ ਹਿਰਦੇ ਵਿੱਚ ਹੀ ਹੈ ਨਾ। ਮਨ ਮੁਖਾਂ ਸਾਧਨਾ ਪਾਇਆ। ਜਿਹੜੇ ਮਨਮੁਖ ਜੀਵ ਨੇ ਉਹਦੇ ਸਾਧ ਨੂੰ, ਸਾਰ ਨੂੰ ਨਹੀਂ ਜਾਣਦੇ। ਉਹਨਾਂ ਦੀ ਹਾਲਤ ਕੀ ਹੈ? ਅਗਲੀ ਪੰਕਤੀ ਦੇ ਵਿੱਚ ਦੱਸਦੇ ਹਨ। ਜਿਉ ਕਸਤੂਰੀ ਮਿਰਗ ਨ ਜਾਣੈ, ਭ੍ਰਮ ਦਾ ਭਰਮ ਭੁਲਾਇਆ। ਉਹਨਾਂ ਮਨਮੁਖ ਜੀਵਾਂ ਦੀ ਹਾਲਤ ਉਹ ਮਿਰਗ ਵਰਗੀ ਹੈ, ਜਿਹਦੀ ਕਸਤੂਰੀ ਹੈ ਤਾਂ ਨਾਭੀ ਵਿੱਚ ਅੰਦਰ ਹੀ, ਅੰਦਰੋਂ ਆ ਰਹੀ ਹੈ ਉਹ ਕਸਤੂਰੀ ਦੀ ਖੁਸ਼ਬੂ, ਤੇ ਉਹ ਦੌੜਦਾ ਬਾਹਰ ਨੂੰ, ਉਹ ਬਾਹਰ ਵਾਲੇ ਪਾਸੇ ਦੌੜਿਆ ਫਿਰਦਾ। ਜਿਉ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਤੇ ਉਹ ਬਾਹਰੋਂ ਜਾਣ ਕਰਕੇ ਭਰਮਦਾ, ਭਟਕਦਾ, ਫਿਰ ਇਸ ਭਰਮ ਵਿੱਚ ਪਿਆ ਹੋਇਆ। ਉਸੇ ਤਰ੍ਹਾਂ ਮਨਮੁਖ ਜੀਵ ਦੀ ਹਾਲਤ ਹੈ। ਵਾਹਿਗੁਰੂ ਪਰਮੇਸ਼ਰ ਦਾ ਨਾਮ, ਉਹਦਾ ਨਿਵਾਸ ਹਿਰਦੇ ਵਿੱਚ ਹੀ ਹੈ, ਪਰ ਮਨੁੱਖ ਉਹ ਮਿਰਗ ਦੇ ਵਾਂਗ ਬਾਹਰ ਦੌੜਿਆ ਫਿਰਦਾ, ਬਾਹਰੋਂ ਲੱਭਦਾ ਫਿਰਦਾ, ਬਾਹਰ ਯਤਨ ਕਰ ਰਿਹਾ, ਭਰਮ ਵਿੱਚ ਪਿਆ ਹੋਇਆ, ਭਟਕ ਰਿਹਾ। ਇਸ ਗੱਲ ਦੇ ਸਾਰ ਨਹੀਂ, ਸੋਝੀ ਨਹੀਂ। ਉਹ ਹਾਲਤ ਉਹਦੀ ਉਹ ਮਿਰਗ ਵਰਗੀ ਹੈ। ਅੰਮ੍ਰਿਤ ਤਜ ਬਿਖ ਸੰਗ ਰਹਿ, ਕਰਤੈ ਆਪ ਖੁਆਇਆ। ਅੰਮ੍ਰਿਤ ਤਾਜ, ਜਿਸ ਅੰਮ੍ਰਿਤ ਨੂੰ ਵਿਹਾਜਣਾ ਸੀ, ਇਕੱਤਰ ਕਰਨਾ ਸੀ, ਉਹਦਾ ਤਿਆਗ ਕਰ ਦਿੱਤਾ। ਤੇ ਬਿਖ ਸੰਗ੍ਰਹਿ, ਜਿਹੜੀ ਜ਼ਹਿਰ ਹੈ, ਉਹ ਇਕੱਠੀ ਕਰਨ ਵਿੱਚ ਲੱਗ ਗਿਆ। ਮਾਇਆ ਕੀ ਹੈ? ਮਾਇਆ ਵੀ ਤਾਂ ਜ਼ਹਿਰ ਹੀ ਹੈ ਨਾ। ਹੁਣ ਇਹਨੂੰ ਇਕੱਤਰ ਕਰਨ ਵਿੱਚ, ਇਹਦੇ ਵਿੱਚ ਜੀਵ ਲੱਗਾ ਹੋਇਆ। ਇਸ ਕਰਕੇ ਜਿਹੜਾ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਸੀ, ਉਹਦਾ ਤਿਆਗ ਕਰਕੇ ਜ਼ਹਿਰ ਇਕੱਠੀ ਕਰਨ ਦੇ ਵਿੱਚ ਲੱਗਾ। ਕਰਤਾ ਆਪ ਖੁਆਇਆ। ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਉਹ ਜੀਵ ਜਿਹੜਾ ਇਸ ਰੂਪ ਦੇ ਨਾਲ ਖੁਆਰ ਹੋ ਰਿਹਾ, ਉਹਦੇ ਤੋਂ ਵਿਛੜ ਕਰਕੇ ਜਿਹੜਾ ਹੈ ਜ਼ਹਿਰ ਨੂੰ, ਬਿਖ ਨੂੰ ਵਿਹਾਜਣ ਦੇ ਵਿੱਚ ਲੱਗਾ। ਅੰਮ੍ਰਿਤ ਜਿਹੜਾ ਉਹ ਨਹੀਂ ਵਿਹਾਜਦਾ, ਉਹਦਾ ਤਿਆਗ ਕਰ ਦਿੰਦਾ ਹੈ। ਗੁਰਮੁਖ ਵਿਰਲੇ ਸੋਝੀ ਪਈ,
ਤਿਨ ਅੰਦਰ ਬ੍ਰਹਮ ਦਿਖਾਇਆ। ਤੇ ਗੁਰੂ ਦੇ ਉਪਦੇਸ਼ ਦੁਆਰਾ ਜਿਹੜੇ ਗੁਰਮੁਖ ਜਨ ਨੇ ਵਿਰਲੇ ਸੋਝੀ ਆ ਜਾਂਦੀ ਹੈ ਉਹਨਾਂ ਨੂੰ, ਸੋਝੇ ਪਈ ਤੇ ਨਾ ਅੰਦਰ ਬ੍ਰਹਮ ਦਿਖਾਇਆ। ਜਿਸ ਬ੍ਰਹਮ ਦੀ ਖਾਤਰ ਬਾਹਰ ਦੌੜਦੇ ਫਿਰਦੇ ਸੀ ਉਹ ਬ੍ਰਹਮ ਅੰਦਰੋਂ ਹੀ ਨਜ਼ਰ ਆ ਗਿਆ। ਜਿਨ੍ਹਾਂ ਨੇ ਆ ਕੇ ਗੁਰੂ ਕੋਲ ਗੁਰੂ ਦਾ ਉਪਦੇਸ਼ ਸੁਣਿਆ, ਸਰਵਨ ਕੀਤਾ, ਗੁਰੂ ਦੇ ਉਪਦੇਸ਼ ਨੂੰ ਸੁਣ ਕਰਕੇ ਉਹ ਜਿਹੜਾ ਬ੍ਰਹਮ ਸੀ, ਜਿਸ ਬ੍ਰਹਮ ਦੀ ਖਾਤਰ ਬਾਹਰ ਦੌੜੇ ਫਿਰਦੇ ਸੀ, ਬਿਰਤੀ ਬਾਹਰ ਮੁਖੀ ਸੀ, ਹੁਣ ਉਹ ਬਾਹਰ ਦੀ ਭੜਕਣਾ ਜਿਹੜੀ ਸੀ ਖਤਮ ਹੋ ਗਈ ਤੇ ਅੰਦਰੋਂ ਹੀ ਉਹ ਬ੍ਰਹਮ ਜਿਹੜਾ ਉਹ ਨਜ਼ਰ ਆ ਗਿਆ। ਤਨ ਮਨ ਸੀਤਲ ਹੋਇਆ, ਰਸਨਾ ਹਰ ਸਾਧ ਆਇਆ। ਤਨ ਤੇ ਮਨ ਸ਼ਾਂਤ ਹੋ ਗਏ। ਤਨ ਮਨ ਸੀਤਲ ਹੋਇਆ, ਕਿੰਨਾ ਦੇ ਹੋਏ? ਰਸਨਾ ਹਰ ਸਾਧ ਆਇਆ, ਜਿਨ੍ਹਾਂ ਦੀ ਰਸਨਾ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਵਾਦ ਆ ਗਿਆ, ਜਿਹਨੇ ਚੱਖ ਲਿਆ। ਜਿਨ੍ਹਾਂ ਦੀ ਰਸਨਾ ਨੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਵਾਦ ਚੱਖ ਲਿਆ, ਜਿਨ੍ਹਾਂ ਦੀ ਰਸਨਾ ਨੂੰ ਸਵਾਦ ਆ ਗਿਆ, ਫਿਰ ਉਹਨਾਂ ਦਾ ਜਿਹੜਾ ਤਨ ਤੇ ਮਨ ਹੈ ਉਹ ਸ਼ਾਂਤ ਹੋ ਗਏ। ਸ਼ਬਦ ਹੀ ਨਾਉ ਉਪਜੈ, ਸ਼ਬਦ ਮੇਲ ਮਿਲਾਇਆ। ਫਿਰ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਦੁਆਰਾ ਹੀ ਨਾਉ ਉਪਜੈ। ਹਿਰਦੇ ਦੇ ਵਿੱਚ ਜਿਹੜਾ ਨਾਮ ਹੈ ਉਪਜ ਪੈਂਦਾ ਹੈ। ਸ਼ਬਦੇ ਮੇਲ ਮਿਲਾਇਆ ਤੇ ਗੁਰੂ ਦੇ ਸ਼ਬਦ ਦੁਆਰਾ ਹੀ ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ, ਉਹ ਉਹਦੇ ਨਾਲ ਮੇਲ ਕਰ ਲੈਂਦੇ ਹਨ। ਬਿਨ ਸ਼ਬਦ ਸਭ ਜਗ ਬਉਰਾਨਾ, ਬਿਰਥਾ ਜਨਮ ਗਵਾਇਆ। ਗੁਰੂ ਦੇ ਸ਼ਬਦ ਤੋਂ ਬਿਨਾ ਸਾਰਾ ਸੰਸਾਰ ਬੌਰਾ ਹੋਇਆ ਫਿਰਦਾ, ਸ਼ੁਦਾਈ ਹੋਇਆ ਫਿਰਦਾ, ਕਮਲਾ ਹੋਇਆ ਫਿਰਦਾ। ਬਿਰਥਾ ਜਨਮ ਗਵਾਇਆ ਤੇ ਵਿਅਰਥ ਆਪਣਾ ਜਿਹੜਾ ਜਨਮ ਹੈ ਉਹ ਸੰਸਾਰ ਦੇ ਜੀਵ ਜਿਹੜੇ ਨੇ ਗਵਾ ਰਹੇ ਹਨ। ਅੰਮ੍ਰਿਤ ਏਕੋ ਸ਼ਬਦ ਹੈ, ਨਾਨਕ ਗੁਰਮੁਖ ਪਾਇਆ। ਅੰਮ੍ਰਿਤ ਕੀ ਹੈ? ਇੱਕੋ ਸ਼ਬਦ, ਗੁਰੂ ਦਾ ਸ਼ਬਦ ਅੰਮ੍ਰਿਤ ਹੈ। ਗੁਰੂ ਦਾ ਸ਼ਬਦ ਅੰਮ੍ਰਿਤ ਹੈ। ਅੰਮ੍ਰਿਤ ਏਕੋ ਸ਼ਬਦ ਹੈ। ਪ੍ਰਾਪਤ ਕਿਵੇਂ ਹੁੰਦਾ? ਨਾਨਕ ਗੁਰਮੁਖ ਪਾਇਆ। ਗੁਰੂ ਦੇ ਦੁਆਰਾ ਇਹ ਜਿਹੜਾ ਅੰਮ੍ਰਿਤ ਹੈ, ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਉਪਦੇਸ਼ ਦੇ ਦੁਆਰਾ ਇਹ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਪੌੜੀ ਸੋ ਹਰ ਪੁਰਖ ਅਗੰਮ ਹੈ, ਕਹੋ ਕਿਤ ਬਿਦ ਪਾਈਐ। ਅੱਗੇ ਪੌੜੀ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਸਾਹਿਬ ਜੀ ਪੌੜੀ ਦੇ ਅੰਦਰ ਸ਼ਬਦ ਦਾ ਸਾਰ ਦੱਸਦਿਆਂ, ਸੋ ਹਰ ਪੁਰਖ ਅਗੰਮ ਹੈ, ਕੋ ਕਿਤ ਬਿਦ ਪਾਈਐ। ਉਹ ਹਰੀ ਵਾਹਿਗੁਰੂ ਪਰਮੇਸ਼ਰ ਜਿਹੜਾ ਅਪਹੁੰਚ ਹੈ, ਪਹੁੰਚ ਤੋਂ ਪਰੇ ਹੈ, ਉਹਨੂੰ ਕਿਹੜੀ ਵਿਧੀ ਦੇ ਨਾਲ, ਕਿਹੜੀ ਜੁਗਤੀ ਦੇ ਨਾਲ, ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰਨਾ ਕਰੀਏ। ਤਿਸ ਰੂਪ ਨਾਰੇਖ ਅਦ੍ਰਿਸ਼ਟ ਕਹੋ, ਜਨ ਕਿਉ ਧਿਆਈਐ। ਕਿਉਂਕਿ ਚੱਕਰ ਚੈਨ ਅਰ ਬਰਨ ਜਾਤ ਅਰ ਪਾਤ ਨਹਿਣ ਜਹੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ। ਅਚਲ ਮੂਰਤ ਅਨਭਉ ਪ੍ਰਕਾਸ਼ ਸਮੇ ਤੋਜ ਕਹੇਜੈ। ਕਹਿ ਲਗੇ ਉਸ ਹਰੇ ਵਾਹਿਗੁਰੂ ਪਰਮੇਸ਼ਰ ਜਿਹਦਾ ਨਾ ਕੋਈ ਰੂਪ ਹੈ ਨਾ ਰੇਖ ਹੈ, ਜਿਹੜਾ ਅਦ੍ਰਿਸ਼ਟ ਹੈ, ਜਿਹੜਾ ਨਜ਼ਰ ਵੀ ਨਹੀਂ ਆਉਂਦਾ। ਕਹੋ ਜਨ ਕਿਉ ਧਿਆਈਐ। ਉਹਨੂੰ ਕਿਵੇਂ ਧਿਆਉਣਾ ਕਰੀਏ? ਉਹਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਉਹ ਕੋਈ ਦ੍ਰਿਸ਼ਟ ਨਜ਼ਰ ਨਹੀਂ ਆਉਂਦਾ, ਅਦ੍ਰਿਸ਼ਟ ਹੈ। ਇਸ ਕਰਕੇ ਉਹਨੂੰ ਕਿਵੇਂ ਧਿਆਉਣਾ ਕਰੀਏ, ਕਿਵੇਂ ਆਰਾਧਨਾ ਕਰੀਏ। ਨਿਰੰਕਾਰ ਨਿਰੰਜਨ ਹਰ ਅਗਮ, ਕਿਆ ਕਹਿ ਗੁਣ ਗਾਈਐ। ਨਿਰੰਕਾਰ ਆਕਾਰ ਤੋਂ ਰਹਿਤ ਹੈ, ਕੋਈ ਕੋਦਾ ਆਕਾਰ ਨਹੀਂ। ਨਿਰੰਜਨ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਮਾਇਆ ਦੇ ਉਹਦੇ ਉੱਤੇ ਕੋਈ ਪ੍ਰਭਾਵ ਨਹੀਂ। ਹਰ ਅਗੰਮ ਕਿਆ ਕਹਿ ਗੁਣ ਗਾਈਐ। ਗਮਤਾ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ
ਤੇ ਕਿਹੜੇ ਗੁਣ ਜਿਹੜੇ ਨੇ ਉਹਦੇ ਕੀ ਕਹਿ ਕੇ ਗਾਉਣਾ ਕਰੀਏ। ਜਿਸ ਆਪ ਬੁਝ ਆਏ ਆਪ, ਸੋ ਹਰ ਮਾਰਗ ਪਾਈਐ। ਜਿਸ ਆਪ ਬੁਝਾਏ ਆਪ, ਜਿਨ੍ਹਾਂ ਨੂੰ ਆਪ ਕਿਰਪਾ ਕਰਕੇ ਬੁਝਾ ਦਿੰਦਾ, ਜਨਾ ਦਿੰਦਾ, ਸੋ ਹਰ ਮਾਰਗ ਪਾਈਐ। ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਮਾਰਗ ਤੇ ਤੁਰਦੇ ਨੇ। ਫਿਰ ਜਿਹੜੇ ਗੁਰੂ ਕੋਲ ਚੱਲ ਕੇ ਆਏ, ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਜਿਨ੍ਹਾਂ ਨੇ ਸਰਵਣ ਕੀਤਾ, ਸਰਵਣ ਕਰਕੇ ਫਿਰ ਉਹਨੂੰ ਕਮਾਉਣਾ ਕੀਤਾ, ਉਪਦੇਸ਼ ਦੀ ਕਮਾਈ ਕੀਤੀ, ਤੇ ਜਿਨ੍ਹਾਂ ਨੂੰ ਫਿਰ ਗੁਰੂ ਕਿਰਪਾ ਕਰਕੇ ਜਨਾ ਦਿੰਦਾ, ਬੁਝਾ ਦਿੰਦਾ ਆਪਣਾ ਪਾਵਨ ਉਪਦੇਸ਼ ਦੇ ਕਰਕੇ, ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਫਿਰ ਭਗਤੀ ਰੂਪ ਮਾਰਗ ਤੇ ਤੁਰਦੇ ਨੇ। ਉਸ ਮਾਰਗ ਤੇ ਫਿਰ ਚੱਲਦੇ ਹਨ ਜਿਨ੍ਹਾਂ ਤੇ ਉਹ ਆਪ ਕਿਰਪਾ ਕਰਦਾ, ਜਿਨ੍ਹਾਂ ਨੂੰ ਬੁਝਾ ਦਿੰਦਾ ਹੈ। ਗੁਰ ਪੂਰੈ ਵੇਖਾਲਿਆ, ਗੁਰ ਸੇਵਾ ਪਾਈਐ। ਪੂਰੇ ਗੁਰੂ ਨੇ ਕਿਰਪਾ ਕਰਕੇ ਵਿਖਾਲ ਦਿੱਤਾ, ਜਨਾ ਦਿੱਤਾ। ਗੁਰ ਸੇਵਾ ਪਾਈਐ, ਤੇ ਕਿਵੇਂ ਵਿਖਾਲਦਾ ਗੁਰੂ, ਕਿਵੇਂ ਕਿਰਪਾ ਕਰਦਾ, ਕਿਵੇਂ ਪ੍ਰਾਪਤੀ ਹੁੰਦੀ ਹੈ? ਗੁਰੂ ਦੀ ਸੇਵਾ ਕਰਕੇ। ਹਉਮੈ ਹੰਕਾਰ ਤੋਂ, ਮੈਂ ਮੇਰੀ ਤੋਂ ਦੂਰ ਹੋ ਕੇ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਕੇ ਗੁਰੂ ਦਾ ਉਪਦੇਸ਼ ਸਰਵਣ ਕਰਦੇ ਹਾਂ, ਉਹਦੀ ਕਮਾਈ ਕਰਦੇ ਹਾਂ, ਗੁਰੂ ਕੀ ਸੇਵਾ ਕਮਾਉਂਦੇ ਹਾਂ, ਸੇਵਾ ਕਰਦੇ ਹਾਂ, ਗੁਰੂ ਦੀ ਸੇਵਾ ਕੀਤਿਆਂ ਜਿਹੜੇ ਆ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਕਿਰਪਾ ਕਰਕੇ ਵਿਖਾਲ ਦਿੰਦਾ, ਅੰਦਰੋਂ ਜਨਾ ਦਿੰਦਾ। ਜਿਹਦੇ ਪਾਉਣ ਦੇ ਲਈ ਬਾਹਰ ਜੀਵ ਭਟਕਦਾ ਫਿਰਦਾ, ਦੌੜਿਆ ਫਿਰਦਾ, ਉਹਦੇ ਗੁਰੂ ਕਿਰਪਾ ਕਰਕੇ ਸਾਨੂੰ ਹਿਰਦੇ ਦੇ ਅੰਦਰੋਂ ਹੀ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਾ ਦਿੰਦਾ ਹੈ। ਉਹਨੂੰ ਜਿਹੜਾ ਹਿਰਦੇ ਦੇ ਅੰਦਰੋਂ ਹੀ ਬ੍ਰਹਮ ਨੂੰ ਵਿਖਾ ਦਿੰਦਾ ਹੈ, ਗੁਰੂ ਦੀ ਸੇਵਾ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜਿਹੜੇ 2 ਸ਼ਲੋਕ ਆਪਾਂ ਉੱਪਰ ਸਰਵਣ ਕੀਤੇ ਨੇ, ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਮਾਇਆ ਜਿਹੜੀ ਹੈ ਬਿਨਾਂ ਦੰਦਾਂ ਤੋਂ ਸੰਸਾਰ ਨੂੰ ਨਿਕਲ ਰਹੀ ਹੈ। ਮਾਇਆ ਦੇ ਪ੍ਰਭਾਵ ਦੇ ਵਿੱਚ ਸਾਰੇ ਮਨੁੱਖ ਜਿਹੜੇ ਨੇ ਧੰਦਿਆਂ ਵਿੱਚ ਪਏ ਹੋਏ ਵਿਅਰਥ ਆਪਣਾ ਜਨਮ ਗਵਾ ਰਹੇ ਨੇ। ਇਸ ਕਰਕੇ ਪੌੜੀ ਦੇ ਅੰਦਰ ਗੁਰੂ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ ਕਿ ਜਿਹੜੇ ਜੀਵ ਗੁਰੂ ਦੀ ਸ਼ਰਨ ਵਿੱਚ ਚੱਲ ਕੇ ਆਉਂਦੇ ਨੇ, ਜਿਹੜਾ ਵਾਹਿਗੁਰੂ ਪਰਮੇਸ਼ਰ ਨਾਲ ਨਜ਼ਰ ਆਉਂਦਾ ਹੈ, ਉਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਕੋਈ ਚਿੰਨ੍ਹ ਨਹੀਂ, ਜਿਹੜਾ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਹੜਾ ਨਿਰਲੇਪ ਹੈ, ਜਿਹਦਾ ਕੋਈ ਆਕਾਰ ਨਹੀਂ, ਉਹਨੂੰ ਕੇਵਲ ਗੁਰੂ ਦੇ ਉਪਦੇਸ਼ ਦੀ ਕਮਾਈ ਕਰਕੇ, ਗੁਰੂ ਸ਼ਰਨ ਵਿੱਚ ਆ ਕੇ, ਗੁਰੂ ਦੀ ਸੇਵਾ ਕਰਕੇ ਜਾਣਿਆ ਜਾ ਸਕਦਾ ਹੈ। ਸੋ ਅੱਜ ਦੇ ਸ਼ਬਦ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਜੀਵਾਂ ਨੂੰ ਸਮਝਾਉਣਾ ਕੀਤਾ ਹੈ। ਗੁਰੂ ਸਾਹਿਬ ਦੇ ਕੋਲੋਂ ਅਰਦਾਸ ਕਰਕੇ ਇਹੀ ਮੰਗ ਮੰਗੀਏ, ਗੁਰੂ ਸਾਹਿਬ ਕਿਰਪਾ ਕਰ ਦੇਣ ਕਿ ਜੀਵਨ ਦੇ ਅੰਦਰ ਸਦਾ ਲਈ ਨਾਮ ਜਿਹੜਾ ਉਹ ਹਿਰਦੇ ਦੇ ਵਿੱਚ ਵਸ ਜਾਵੇ। ਸਦਾ ਇਹ ਅਰਦਾਸ ਹਿਰਦੇ ਦੇ ਵਿੱਚੋਂ ਬਣੀ ਰਹੇ। ਵਿਸਰਨਾ ਏ ਦਾਤਾਰ ਆਪਣਾ ਨਾਮ ਦੇਹੋ, ਵਿਸਰਨਾ ਏ ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।